सतगुर दया करे सुख दाता, हम लावै अपन पाली। गुरु के प्यार दे विच रंगी हुई हर रूह की ऐसी रजोई बेनती बनती है ते जदों असी जन्म साखी दे राहीं महाराज की उस अलौकिक खेड़ नूं तकण की कोशिश करते हैं तो फिर सानूं पता लगता कि सतगुर सच्चे पातशाह जी ने कैसियां कैसियां खेडां रचाइयां, किन्ना किन्ना नूं पल्ले नाल लाउण वास्ते किन्नी किन्नी दूर कित्थे कित्थे जाके किवें किवें बख्शिशां कीतियां। सो संगत जी, सिलमिला दीप की साखी उस दे नाल आपां जुड़े होए हां। इत्थे महाराज जी पहुंचे ने ते राजा मधुरबैन है इत्थों दा, जिहड़ा कि महाराज दे बुलावे ते उत्थे पहुंचदा है। आ करके राजा ने नेड़े होए कर आख्या, महंत जी करतार करतार। तां गुरु नानक जी दी समाधि खुली तां गुरु नानक जी बोलिया, सत करतार जी सत करतार, आओ भाई बैठो। राजे मत्था टेकिया। महाराज ने सत्कार दिता, राजे ने मत्था टेकिया तां गुरु नानक कहिया, आओ राजा मधुरबैन। तां राजे ने कहा, तुम नगरी चलो, आओ साडे नगर च चरण पाओ। तां गुरु नानक जी कहा, राजा हमारा नगर यही है, साडी नगरी तां यही है, बस जिथे असी बैठ गए वो नगरी। जिथे जाए बहे मेरा सतगुरु, सो थान सुहावा राम राजे। गुरसिੱਖੀ सो थान भालिया, लै धूड़ मुख लावा। वो धरती पवित्र जिथे मेरे सतगुरु दे चरण पे, जिथे बाबा पैर धरे, पूजा आसन थापण सोआ। अज आपां तकते हैं ना, जिथे जिथे भी गुरु बाबे दे पवित्र चरण पे ने, मुबारक चरण पे ने, उत्थे ही पूजा आसन लगे हुए ने। सो महाराज कहते ने, राजा हमारा नगर यही है। तो राजे कहा, तुम नगरी चलो, उजाड़ में बैठने का क्या फायदा है, आओ नगरी च चलो। उजाड़ च बैठने का की लाभ है। तां गुरु नानक कहिया, राजा असीं फकीर अतीत आहे, हमको उजाड़ ही बस्ती है, साडे लिए उजाड़ ही बस्ती है, असीं फकीर हाँ। सो राजे कहा, नगर में चलो, कोई भंडारे की खबर लेगा, तुसीं आओ नगर च चलो, कोई उत्थे आप जी दे वास्ते कोई लंगर भंडारा कुछ तैयार होएगा। महाराज फिर इत्थे बख्शिश कर रहे ने कि राजा साडा तां भंडारा सदा ही चलदा रहिंदा है, असीं तां सच्चे नाम दा
ਭੋਜਨ ਕਰਦੇ ਹਾਂ ਤੇ ਉਹ ਸਦਾ ਹੀ ਛਕਦੇ ਰਹਿੰਦੇ ਹਾਂ। ਉਹ ਐਸਾ ਭੋਜਨ ਹੈ ਜਿਹੜਾ ਨਾ ਕਦੀ ਘਟਦਾ ਏ, ਨਾ ਕਦੀ ਮੁੱਕਦਾ ਏ, ਤੇ ਉਸ ਭੋਜਨ ਨੂੰ ਅਸੀਂ ਸਦਾ ਹੀ ਛਕਦੇ ਰਹਿੰਦੇ ਹਾਂ। ਸਾਨੂੰ ਇਹਨਾਂ ਭੰਡਾਰਿਆਂ ਦੀ ਵੀ ਕੋਈ, ਜਿਹੜੇ ਭੰਡਾਰਿਆਂ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦੀ ਸਾਨੂੰ ਕੋਈ ਬਹੁਤੀ ਖਿੱਚ ਨਹੀਂ ਹੈ। ਸਾਡਾ ਭੰਡਾਰਾ ਤਾਂ ਹਰਦਮ ਵਰਤਦਾ ਹੀ ਰਹਿੰਦਾ ਹੈ। ਸੋ ਜਦ ਐਸੇ ਕੁਝ ਗੁੱਝੇ ਬਚਨ, ਕੁਝ ਰਮਜ਼ ਭਰੇ ਬਚਨ ਜਿਹੜੇ ਰਾਜਾ ਮਧੁਰ ਬੈਨ ਨੇ ਸੁਣੇ, ਤਾਂ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਿਆ। ਕਿਉਂਕਿ ਰਾਜਿਆਂ ਦੇ ਨਿਮੰਤਰਣ ਨੂੰ ਇਸ ਢੰਗ ਦੇ ਨਾਲ ਉਹਨੂੰ ਠੁਕਰਾ ਦੇਣਾ, ਜਾਂ ਕਿਉਂਕਿ ਰਾਜਿਆਂ ਨੂੰ ਖੁਸ਼ ਕਰਨ ਲਈ ਕਈ ਵਾਰੀ ਕੁਝ ਜਿਹੜੇ ਨਵੇਂ ਇਸ ਰਾਹ ਦੇ ਪਾਂਧੀ ਹੁੰਦੇ ਨੇ ਨਾ, ਉਹ ਫਿਰ ਆਪਣੀ ਗੱਲ ਪਿੱਛੇ ਕਰ ਲੈਂਦੇ ਨੇ ਤੇ ਰਾਜਿਆਂ ਦੀ ਅੱਗੇ ਕਰ ਲੈਂਦੇ ਨੇ। ਪਰ ਜਦੋਂ ਰਾਜਾ ਮਧੁਰ ਬੈਨ ਨੂੰ ਇਹ ਅਹਿਸਾਸ ਹੋਇਆ ਕਿ ਨਹੀਂ, ਇਹ ਪੂਰਨ ਨੇ, ਇਹਨਾਂ ਨੂੰ ਸਾਡੇ ਭੰਡਾਰਿਆਂ ਦੀ, ਸਾਡੀ ਨਗਰੀ ਦੀ, ਸਾਡੇ ਰਾਜ ਭਾਗ ਦੀ ਸ਼ੋਭਾ ਦਾ ਇਹਨਾਂ ਨੂੰ ਕੋਈ ਤਮਾ ਨਹੀਂ ਹੈ, ਇਹਨਾਂ ਨੂੰ ਕੋਈ ਖਿੱਚ ਨਹੀਂ ਹੈ, ਤਾਂ ਰਾਜਾ ਮਧੁਰ ਬੈਨ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪਿਆ। ਸੋ ਪਹਿਲਾਂ ਮੱਥਾ ਟੇਕਿਆ, ਪਰ ਇੱਥੇ ਭਾਈ ਬਾਲਾ ਜੀ ਨੇ ਜਿਹੜਾ ਲਫ਼ਜ਼ ਵਰਤਿਆ ਹੈ, ਹੁਣ ਚਰਨਾਂ ਤੇ ਢਹਿ ਪਿਆ, ਹੁਣ ਉਹ ਗੱਲ ਪੂਰੀ ਹੋਈ ਹੈ। ਆਖੇ ਜੀ ਕੁਛ ਮੈਨੂੰ ਆਗਿਆ ਕਰੋ। ਬੇਨਤੀ ਕਰਦਾ ਮਹਾਰਾਜ ਨੂੰ, ਮਹਾਰਾਜ ਮੈਨੂੰ ਵੀ ਕੋਈ ਆਗਿਆ ਕਰੋ। ਜੇ ਤੁਸਾਂ ਨੇ ਨਗਰ ਨਹੀਂ ਜਾਣਾ ਤੇ ਇੱਥੇ ਕੋਈ ਆਗਿਆ ਕਰ ਦਿਓ ਜੋ ਮੈਂ ਸੇਵਾ ਕਰਾਂ। ਤਾਂ ਗੁਰੂ ਨਾਨਕ ਨੇ ਕਹਿਆ, ਸੁਣ ਰਾਜਾ ਮਧੁਰ ਬੈਨ, ਅਸੀਂ ਤੁਹਾਨੂੰ ਇਹੋ ਗੱਲ ਆਖਦੇ ਆਹੇ, ਜੋ ਅਸਾਂ ਸੁਦਰਸੈਨ ਰਾਜੇ ਨੂੰ ਨਿਛੱਤਰ ਰਾਜ ਦਿੱਤਾ ਹੈ, ਜੋ ਕੋਈ ਮੰਨੇਗਾ ਉਸ ਦਾ ਭਲਾ ਹੋਵੇਗਾ, ਅਤੇ ਜੇ ਕੋਈ ਨਾ ਮੰਨੇਗਾ ਤਾਂ ਉਹ ਜਾਣੇ। ਸੋ ਮਹਾਰਾਜ ਜੋ ਪਿੱਛੇ ਸੁਦਰਸੈਨ ਵਾਲੀ ਜੋ ਸਾਖੀ ਆਈ ਹੈ, ਉਸ ਦਾ ਅੱਗੇ ਆ ਕੇ ਇੱਥੇ ਵੀ ਜ਼ਿਕਰ ਕਰਦੇ ਨੇ। ਹੁਣ ਇਹ ਜ਼ਰੂਰ ਕਹਿੰਦੇ ਨੇ ਕਿ ਜੇ ਕੋਈ ਮੰਨੇਗਾ ਤਾਂ ਉਸ ਦਾ ਭਲਾ ਹੋਵੇਗਾ, ਤੇ ਜੋ ਕੋਈ ਨਾ ਮੰਨੇਗਾ ਤਾਂ ਉਹ ਜਾਣੇ। ਸੋ ਮਹਾਰਾਜ ਦੇ ਇਹਨਾਂ ਬੋਲਾਂ ਦੇ ਵਿੱਚ ਇੱਕ ਗੱਲ ਹੈ ਕਿ ਮਹਾਰਾਜ ਧੱਕੇ ਨਾਲ ਕਿਸੇ ਨੂੰ ਨਹੀਂ ਮਨਾਉਂਦੇ। ਇਹਨਾਂ ਜ਼ਰੂਰ ਕਹਿੰਦੇ ਨੇ ਕਿ ਜੇ ਕੋਈ ਮੰਨ ਲਏਗਾ ਤਾਂ ਉਹਦਾ ਭਲਾ ਹੋ ਜਾਏਗਾ, ਪਰ ਇਹ ਨਹੀਂ ਵੀ ਜੇ ਕੋਈ ਨਾ ਮੰਨੇਗਾ ਤੇ ਫਿਰ ਉਹਦੇ ਬਾਰੇ ਕੋਈ ਹੋਰ ਲਫ਼ਜ਼ ਵਰਤਦੇ ਹੋਣ, ਐਸਾ ਨਹੀਂ ਹੈ। ਅਸੀਂ ਤਾਂ ਆਪਣੀ ਵੱਲੋਂ ਆਖ ਛੱਡਣਾ ਸੀ, ਸਾਡਾ ਕੰਮ ਸੀ, ਅਸੀਂ ਕਹਿਣਾ ਸੀ ਤੁਹਾਨੂੰ, ਕਿਉਂਕਿ ਤੁਸੀਂ ਵੀ ਰਾਜੇ ਹੋ, ਤੇ ਉਹਨੂੰ ਅਸੀਂ ਨਿਛੱਤਰ ਰਾਜ ਦਿੱਤਾ, ਉਹਨੂੰ ਵੱਡਾ ਰਾਜ ਦੇ ਦਿੱਤਾ ਆ, ਹੁਣ ਤੁਸੀਂ ਦੇਖ ਲਓ। ਤਾਂ ਰਾਜੇ ਕਿਹਾ, ਗੁਰੂ ਜੀ ਉਹ ਸਾਡਾ ਪਾਤਸ਼ਾਹ, ਅਸੀਂ ਉਸ ਦੀ ਰਈਅਤ। ਇਹ ਰਾਜਾ ਮਧੁਰ ਬੈਨ, ਇਹ ਵੀ ਮਹਾਰਾਜ ਦੇ ਉਸ ਬਚਨ ਤੇ ਫੁੱਲ ਚੜਾਉਂਦਾ ਹੈ। ਮਹਾਰਾਜ ਜਿਹਨੂੰ ਤੁਸੀਂ ਨਿਛੱਤਰ ਰਾਜ ਦਿੱਤਾ, ਅਸੀਂ, ਉਹ ਸਾਡਾ ਪਾਤਸ਼ਾਹ ਹੈ, ਉਹ ਸਾਡਾ ਵੱਡਾ ਰਾਜਾ ਹੈ, ਤੇ ਅਸੀਂ ਉਹਦੀ ਰਈਅਤ, ਉਹਦੀ ਪਰਜਾ ਹੈ। ਤਾਂ ਗੁਰੂ ਨਾਨਕ ਕਿਹਾ, ਰਾਜਾ
तैनू करतार चित आवे। ओहो, देखो कैसियां असीसां ने। हाँ, कैसियां असीसां ने महाराज दिंदे, तैनू करतार चित आवे। आवे साहिब चित तेरियां भगतां डिठियां। सो पातशाह जद हुण उन्हें बचन मन्निया, सो जिहड़ा बचन मन लैंदा ना कि फिर उहदे ते मेहर हो जाती है। तैनू करतार चित आवे तां गुरु नानक कहा, सुण भाई मधुर बहन, राज भाग इत्थे ही रहिंदा है, ये नाल नहीं चलदा। ਅਤੇ ਜਿਨ੍ਹਾਂ ਪੁਰਖਾਂ ਸੰਤਾਂ ਦਾ ਬਚਨ ਸਤ ਕਰ ਜਾਤੇ ਹਨ, ਉਹ ਕੀਰਤ ਨਾਲ ਚੱਲਦੇ ਹੈ। ਸੋ ਜਿਹੜੇ ਬਚਨ ਮੰਨਦੇ ਆ ਨਾ ਮਹਾਂਪੁਰਖਾਂ ਦਾ, ਸੰਤਾਂ ਦਾ, ਉਹਨਾਂ ਦੀ ਵਡਿਆਈ ਹੁੰਦੀ ਹੈ, ਉਹ ਹੋਰ ਵੱਡੇ ਹੋ ਜਾਂਦੇ ਨੇ। ਰਾਜਾ ਮਧੁਰ ਬੈਨ ਕਹਿਆ, ਗੁਰੂ ਜੀ ਅਸਾਂ ਤੁਹਾਡੇ ਬਚਨ ਨਾਲ ਕੰਮ ਹੈ, ਰਾਜ ਕਿਆ ਵਸਤ ਹੈ। ਓਹੋ, ਸਾਨੂੰ ਤਾਂ ਤੁਹਾਡੇ ਬਚਨਾਂ ਦੇ ਨਾਲ ਕੰਮ ਆ, ਸਾਡੇ ਵਾਸਤੇ ਤੁਹਾਡੇ ਬਚਨ ਵੱਡੇ ਨੇ। ਰਾਜ ਕੀ ਚੀਜ਼ ਹੈ, ਰਾਜ ਕਿਆ ਵਸਤ ਹੈ ਔਰ ਭਾਗ ਕਿਆ ਵਸਤ ਹੈ। ਤਾਂ ਗੁਰੂ ਨਾਨਕ ਜੀ ਬਹੁਤ ਉਸ ਪਰ ਖੁਸ਼ੀ ਹੋਇਆ। ਸੋ ਉਸਦੀ ਨਿਰਮਾਣਤਾ, ਉਸਦੀ ਅਧੀਨਗੀ ਦੇਖ ਕਰਕੇ ਮਹਾਰਾਜ ਖੁਸ਼ ਹੁੰਦੇ ਨੇ। ਤੇ ਫਿਰ ਗੁਰੂ ਨਾਨਕ ਕਿਹਾ, ਸੁਣ ਰਾਜਾ ਮਧੁਰ ਬੈਣ, ਅਸੀਂ ਹੁਣ ਰਮਦੇ ਆਹੇ। ਚੰਗਾ ਭਾਈ, ਹੁਣ ਅਸੀਂ ਚੱਲਦੇ ਹਾਂ। ਰਾਜੇ ਮਧੁਰ ਬੈਨ ਬੇਨਤੀ ਕੀਤੀ, ਅਜੀ ਸਾਨੂੰ ਜਿਸ ਤਰ੍ਹਾਂ ਹੁਕਮ ਹੋਵੇ ਤਿਸੇ ਤਰ੍ਹਾਂ ਰਾਜੇ ਸੁਦਰਸੈਨ ਨੂੰ ਮਿਲੀ ਹੈ। ਕਹਿੰਦੇ ਕਿ ਮਹਾਰਾਜ ਜਿੱਦਾਂ ਤੁਸੀਂ ਹੁਕਮ ਕਰੋਗੇ ਅਸੀਂ ਉਹਨੂੰ ਉੱਦਾਂ ਹੀ ਮਿਲਾਂਗੇ, ਉੱਦਾਂ ਹੀ ਸਾਡਾ ਮਿਲਵਰਤਨ ਉਹੀ ਰਹੇਗਾ ਜਿੱਦਾਂ ਦਾ ਤੁਸੀਂ ਚਾਹੁੰਦੇ ਹੋ। ਤਾਂ ਗੁਰੂ ਨਾਨਕ ਜੀ ਕਹਿਆ, ਸੁਣ ਰਾਜਾ ਮਧੁਰ ਬੈਨ, ਜਿਸ ਤਰ੍ਹਾਂ ਸਾਡੇ ਅੱਗੇ ਬੇਨਤੀ ਕਰਦੇ ਹੋ ਇਸੇ ਤਰ੍ਹਾਂ ਰਾਜੇ ਸੁਦਰਸੈਨ ਅੱਗੇ ਖੜਾ ਹੋਵਣਾ। ਜਿੱਦਾਂ ਸਾਨੂੰ ਬੇਨਤੀ ਕਰਦੇ ਹੋ ਇੱਦਾਂ ਹੀ ਉਹਨਾਂ ਨੂੰ ਅਦਬ ਸਤਿਕਾਰ ਦੇਣਾ। ਤਾਂ ਰਾਜੇ ਮਧੁਰ ਬੈਨ ਕਿਹਾ, ਜੋ ਅਸੀਂ ਤੁਸਾਂ ਤੋਂ ਵੀ ਅਦਕ ਕਰ ਜਾਣੀਐਂਗੇ। ਅਸੀਂ ਤਾਂ ਮਹਾਰਾਜ ਉਹਨਾਂ ਨੂੰ ਆਪ ਜੀ ਤੋਂ ਵੀ ਵੱਧ ਸਤਿਕਾਰ ਦੇਵਾਂਗੇ। ਤਾਂ ਗੁਰੂ ਨਾਨਕ ਜੀ ਕਹਿਆ, ਐਸਾ ਹੀ ਲੋੜੀਂਦਾ ਹੈ, ਇਹੀ ਚਾਹੀਦਾ ਹੈ। ਮਧੁਰ ਬੈਨ ਨੇ ਅਰਦਾਸ ਕੀਤੀ, ਜੋ ਕੋਈ ਦਿਨ ਇਹਾਂ ਗੁਜਰਾਨ ਕਰੋ। ਹੁਣ ਬੇਨਤੀ ਕਰਦੇ ਨੇ, ਹਰ ਕਿਸੇ ਨੂੰ ਖਿੱਚ ਤਾਂ ਹੁੰਦੀ ਹੈ ਨਾ, ਕੋਈ ਚਾਹੇ ਬੁੱਧੀ ਸਾਰਾ ਕੁਝ ਸਮਝੇ ਜਾਂ ਨਾ ਸਮਝੇ, ਪਰ ਅੰਦਰ ਜਿਹੜੀ ਰੂਹ ਹੈ ਨਾ, ਕਿਉਂਕਿ ਉਹਨੂੰ ਉਹ ਖਿੱਚ ਵੱਜ ਰਹੀ ਹੁੰਦੀ ਹੈ। ਹੁਣ ਕਹਿੰਦੇ ਨੇ ਕਿ ਮਹਾਰਾਜ ਕੁਝ ਦਿਨ ਇੱਥੇ ਹੋਰ ਗੁਜ਼ਾਰੋ। ਤਾਂ ਭਾਈ ਬਾਲਾ ਜੀ ਕਹਿੰਦੇ ਨੇ ਕਿ ਮੈਂ ਆਖਿਆ ਜੀ ਇਸकी ਭਾਵਨਾ ਪੂਰਨ ਕਰੀਏ। ਸੋ ਐਸੇ ਵਿਚੋਲੇ ਵੀ ਕਰਮਾਂ ਭਾਗਾਂ ਨਾਲ ਹੀ ਮਿਲਦੇ ਨੇ। ਸੋ ਭਾਈ ਬਾਲਾ ਜੀ ਨੇ ਫਿਰ ਵਿੱਚ ਹੋਰ ਵਿਚੋਲਗੀ ਕਰ ਦਿੱਤੀ ਕਿ ਮਹਾਰਾਜ ਇਹਨਾਂ ਦੀ ਭਾਵਨਾ ਇਹ ਵੀ ਚੰਗੀ ਹੈ, ਪੂਰੀ ਕਰ ਦਿਓ। ਤਾਂ ਗੁਰੂ ਨਾਨਕ ਜੀ 19 ਮਹੀਨੇ ਰਾਜਾ ਮਧੁਰ ਬੈਨ ਦੇ ਪਾਸ ਰਹੇ। 19 ਮਹੀਨੇ, ਕਰੀਬ ਪੌਣੇ 2 ਸਾਲ ਦਾ ਸਮਾਂ ਬਣ ਜਾਂਦਾ ਹੈ।
ਇੰਨਾ ਸਮਾਂ ਮਹਾਰਾਜ ਨੇ ਉੱਥੇ ਬਤੀਤ ਕੀਤਾ, ਕਿਉਂਕਿ ਸਾਖੀ ਪਰੰਪਰਾ ਵੀ ਜਿਹੜੀ ਹੈ ਸਾਡੀ ਉਹ ਪੁਰਾਤਨ ਹੈ। ਹੁਣ ਇੱਥੇ ਸਾਡੇ ਵਾਸਤੇ ਇੱਕ ਗੱਲ ਜ਼ਰੂਰ ਸਾਡੇ ਸਾਹਮਣੇ ਆਉਂਦੀ ਹੈ ਕਿ ਮਹਾਰਾਜ ਦੀ ਜੋ ਖੇਡ ਹੈ ਉਹ ਕਿਸ ਤਰ੍ਹਾਂ ਦੀ ਵਰਤ ਰਹੀ ਹੈ, ਕਿਉਂਕਿ 19 ਮਹੀਨੇ ਮਹਾਰਾਜ ਉੱਥੇ ਰਹੇ ਨੇ। ਉੱਥੇ ਹੋਰ ਕੀ ਕੁਝ ਮਹਾਰਾਜ ਨੇ ਕੀਤਾ ਉਹ ਇੱਥੇ ਸਾਨੂੰ ਪ੍ਰਾਪਤ ਨਹੀਂ ਹੁੰਦਾ। ਸੋ ਮੁੱਖ ਜਿਵੇਂ ਕਹਿ ਲਈਏ ਮਿਲਣੀਆਂ ਨੇ ਜਾਂ ਮੁੱਖ ਜਿਹੜੀਆਂ ਘਟਨਾਵਾਂ ਨੇ ਉਹ ਤਾਂ ਜ਼ਰੂਰ ਸਾਨੂੰ ਇੱਥੇ ਮਿਲਦੀਆਂ ਨੇ, ਪਰ ਜੇਕਰ ਆਪਾਂ ਦੇਖੀਏ ਤੇ ਹੁਣ ਉਹ 19 ਮਹੀਨਿਆਂ ਦੇ ਵਿੱਚ ਮਹਾਰਾਜ ਨੇ ਕੀ ਖੇਡ ਰਚਾਈ, ਕਿਹਨੂੰ ਕਿਵੇਂ ਕੀ ਬਖਸ਼ਿਸ਼ਾਂ ਕੀਤੀਆਂ, ਕਿੱਥੇ ਉਹਨਾਂ ਨੇ ਉਹ ਰੰਗ ਬੰਨਿਆ। ਭਾਈ ਮਰਦਾਨਾ ਰਬਾਬ ਵਜਾ ਰਿਹਾ ਮਹਾਰਾਜ ਜੀ, ਗੁਰਬਾਣੀ ਉਚਾਰ ਰਹੇ ਨੇ। ਸੋ ਇਹ ਸਾਰਾ ਕੁਛ ਮੈਂ ਸਮਝਦਾ ਕਿ ਚਾਹੇ ਜਨਮ ਸਾਖੀ ਤੋਂ ਸਾਨੂੰ ਕਾਫੀ ਕੁਝ ਮਿਲ ਰਿਹਾ ਹੈ, ਪਰ ਫਿਰ ਵੀ ਆਪਾਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਅਜੇ ਵੀ ਬਹੁਤ ਕੁਝ ਹੈ ਜਿਹੜਾ ਸਾਡੀਆਂ ਇਹਨਾਂ ਨਿਗਾਹਾਂ ਤੋਂ ਪਰੇ ਹੈ, ਜੋ ਸਤਿਗੁਰਾਂ ਨੇ ਜੋ ਖੇਡਾਂ ਰਚਾਈਆਂ। ਇਸੇ ਲਈ ਹੀ ਜੋ ਸੀਨਾ ਬਸੀਨਾ ਗਾਥਾਵਾਂ ਹੁੰਦੀਆਂ ਨੇ ਹੋਰ ਵੱਡੀਆਂ ਹੁੰਦੀਆਂ ਨੇ, ਕਿਉਂਕਿ ਲਿਖਣ ਦੀ ਉਹਦੀ ਵੀ ਕੋਈ ਸੀਮਾ ਬਣ ਜਾਂਦੀ ਹੈ। ਜਿਹੜੀ ਵਿਚਾਰ ਉਸ ਵੇਲੇ ਉਹਨਾਂ ਦੇ ਚਿੱਤ 'ਚ ਆਈ ਉਹਨਾਂ ਨੇ ਲਿਖਵਾਈ। ਸੋ ਮਹਾਰਾਜ ਇੱਥੇ 19 ਮਹੀਨੇ ਰਾਜਾ ਮਧੁਰਪੈਨ ਦੇ ਪਾਸ ਰਹੇ, ਫਿਰ ਅੱਗੇ ਵਿਦਾ ਲਿੱਤੀ। ਬਿਸਹਰ ਦੇਸ ਥੀ ਅੱਗੇ ਚੱਲੇ, ਸਿਲਮਿਲਾ ਦੀਪ ਸੋਂ ਚੱਲੇ। ਸੋ ਪਹਿਲਾਂ ਬਿਸਹਰ ਦੇਸ ਗਏ ਸਨ ਤੇ ਉਸ ਤੋਂ ਬਾਅਦ ਇਹ ਸਿਲਮਿਲਾ ਦੀਪ ਆਏ ਨੇ ਤੇ ਹੁਣ ਇੱਥੋਂ ਵੀ ਅੱਗੇ ਚੱਲੇ ਨੇ। ਸੋ ਅਗਲੀ ਸਾਖੀ ਜਿਹੜੀ ਹੈ ਉਹ ਵੀ ਬੜੀ ਪਿਆਰ ਵਾਲੀ ਹੈ, ਕਿਉਂਕਿ ਭਲੇ ਲੋਕਾਂ ਨੂੰ ਮਹਾਰਾਜ ਜਾ ਕੇ ਬਖਸ਼ਿਸ਼ਾਂ ਵੰਡਦੇ ਨੇ। ਤਾਂ ਗੁਰੂ ਨਾਨਕ ਜੀ ਉੱਥੋਂ ਚੱਲੇ, ਰਾਜਾ ਕਵਲ ਨੈਨ ਕੇ ਦੇਸ ਜਾਏ ਨਿਕਲੇ। ਅੱਗੇ ਜਾਂਦੇ ਜਿੱਥੇ ਜਾਣ ਤਿੱਥੇ ਗੁਰੂ ਨਾਨਕ ਦੀ ਸਮਾਧੀ ਲੱਗ ਜਾਏ। ਸੋ ਹੁਣ ਸਿਲਮਿਲਾ ਦੀਪ ਤੋਂ ਚੱਲੇ ਨੇ ਤੇ ਅੱਗੇ ਜਿਹੜਾ ਵੱਡਾ ਰਾਜਾ ਇੱਕ, ਜਿਹਨੂੰ ਕਿ ਪਹਿਲਾਂ ਇਹ ਆਪਣਾ ਮੁਖੀ ਮੰਨਦੇ ਨੇ ਜਾਂ ਸਭ ਤੋਂ ਵੱਡਾ ਮੰਨਦੇ ਨੇ, ਉਹਦੇ ਰਾਜ ਵਿੱਚ ਦਾਖਲ ਹੋ ਗਏ ਨੇ। ਤੇ ਚੋਜੀ ਪ੍ਰੀਤਮ ਸਤਿਗੁਰੂ ਜਿੱਥੇ ਜਾਂਦੇ ਨੇ ਤਿੱਥੇ ਗੁਰੂ ਨਾਨਕ ਦੀ ਸਮਾਧੀ ਲੱਗ ਜਾਏ, ਉੱਥੇ ਹੀ ਬੈਠੇ ਰਹਿਣ 4 ਦਿਨ 5 ਦਿਨ, ਕਦੀ 7 ਦਿਨ, ਕਦੀ 2 ਦਿਨ, ਇਵੇਂ 7 ਮਹੀਨੇ ਤੇ 13 ਦਿਨ ਸਮੁੰਦਰ ਦੇ ਟਾਪੂ ਵਿੱਚ ਚੱਲੇ ਜਾਵਣ। ਸੋ ਹੁਣ ਮਹਾਰਾਜ ਦੀਆਂ ਉਹਨਾਂ ਸਮਾਧੀਆਂ ਦੀਆਂ ਕੀ ਖੇਡਾਂ ਨੇ, ਕੀ ਉਡਾਰੀਆਂ ਨੇ, ਕਿੱਥੇ ਮਹਾਰਾਜ ਆਪਣੇ ਦੇਸ਼ ਦੀ ਕੀ ਉਡਾਰੀ ਭਰਦੇ ਨੇ, ਕੀ ਕਰਦੇ ਨੇ, ਇਹ ਤਾਂ ਮਾਲਕ ਆਪ ਹੀ ਜਾਣੇ। ਪਰ ਇੱਥੋਂ ਇਹ ਜ਼ਰੂਰ ਪ੍ਰਤੀਤ ਹੁੰਦਾ ਕਿ ਮਹਾਰਾਜ ਆਪਣੇ ਆਨੰਦ 'ਚ ਨੇ, ਬੜੇ ਸਹਿਜ ਦੇ ਵਿੱਚ, ਬੜੇ ਆਨੰਦ ਦੇ ਵਿੱਚ ਮਹਾਰਾਜ ਜੀ ਚੱਲਦੇ ਪਏ ਨੇ। ਕਈ ਦਿਨ ਸਮਾਧੀਆਂ ਲਾ ਲੈਂਦੇ ਨੇ। 7 ਮਹੀਨੇ 13 ਦਿਨ ਸਮੁੰਦਰ ਦੇ ਟਾਪੂ ਵਿੱਚ ਹੀ ਚੱਲੇ ਜਾਵਣ। ਇੰਨਾ ਸਮਾਂ ਟਾਪੂ ਤੇ ਹੀ ਚੱਲੀ ਜਾਣ। ਇੱਥੋਂ ਸਾਨੂੰ ਅੰਦਾਜ਼ਾ ਹੋ ਸਕਦਾ ਕਿ ਕਿਉਂਕਿ ਜ਼ਿਆਦਾਤਰ ਜੰਗਲ ਵੇਲੇ ਹੀ ਸਨ, ਕਿਤੇ ਵਿਰਲੇ ਟਾਵੇਂ ਜਾ ਕੇ
ਵਸੋਂ ਆਉਂਦੀ ਸੀ, ਕਿਤੇ ਸ਼ਹਿਰ ਆਉਂਦਾ ਸੀ, ਤਾਂ ਅੱਗੇ ਇੱਕ ਸ਼ਹਿਰ ਕੁਦਰਤੀ ਆਇਆ। ਕੋਹਾਂ ਚੌਹਾਂ ਤੇ ਨਜ਼ਰ ਆਉਣ ਲੱਗਾ। 4 ਕੋਹ ਦੇ ਕਰੀਬ ਰਹਿ ਗਿਆ। ਸੋ ਇੱਕ ਕੋਹ ਜਿਹੜਾ ਕਰੀਬ 3.5 ਕਿਲੋਮੀਟਰ ਦਾ ਮੰਨਿਆ ਜਾਂਦਾ ਹੈ, ਤੇ 4 ਕੋਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਜੋ ਹੈ ਕਰੀਬ 14 ਕੁ ਅੱਜ ਦੇ ਹਿਸਾਬ ਦੇ ਨਾਲ ਕਿਲੋਮੀਟਰ ਦਾ ਆਪਾਂ ਸਮਝ ਸਕਦੇ ਹਾਂ। ਸੋ ਕੋਹਾਂ ਚੌਹਾਂ ਤੇ ਨਜ਼ਰ ਆਵਣ ਲੱਗਾ ਤਾਂ ਮਰਦਾਨੇ ਨੇ ਆਖਿਆ, ਜੀ ਕੋਈ ਸ਼ਹਿਰ ਵੀ ਆਪਸੀ ਕਿ ਉਜਾੜ ਵਿੱਚ ਹੀ ਚਲੇ ਜਾਸੀ। ਹੁਣ ਭਾਈ ਮਰਦਾਨਾ ਜੀ ਉਹ ਆਪਣੇ ਵੱਲੋਂ ਫਿਰ ਬੇਨਤੀ ਕਰਦੇ ਨੇ। ਉਹਨਾਂ ਦਾ ਅਜੇ ਧਿਆਨ ਨਹੀਂ ਪਿਆ ਉੱਧਰ ਸ਼ਹਿਰ ਵਾਲੇ ਪਾਸੇ, ਤੇ ਕਹਿੰਦੇ ਕੋਈ ਸ਼ਹਿਰ ਆਊਗਾ ਵੀ ਕਿ ਇੱਦਾਂ ਹੀ ਉਜਾੜਾਂ 'ਚ ਹੀ ਚੱਲਾਂਗੇ ਮਹਾਰਾਜ। ਤਾਂ ਗੁਰੂ ਨਾਨਕ ਜੀ ਆਖਿਆ, ਮਰਦਾਨਾ ਭੁੱਖ ਲੱਗੀ ਹੈ। ਮਹਾਰਾਜ ਨੂੰ ਪਤਾ ਹੈ ਕਿ ਭਾਈ ਮਰਦਾਨੇ ਨੂੰ ਇਹਨੂੰ ਭੁੱਖ ਕਾਫੀ ਸਤਾਉਂਦੀ ਹੈ। ਤਾਂ ਮਰਦਾਨੇ ਆਖਿਆ, ਜੀ ਭੁੱਖ ਲੱਗੀ ਹੈ। ਤਾਂ ਕਿਸੇ ਕਿਹਾ, ਇਹ ਅੱਗੇ ਆਣ ਧਰਿਆ ਹੈ ਜੋ ਖਾਈਏ। ਭੁੱਖ ਤਾਂ ਲੱਗੀ ਹੈ, ਪਰ ਇੱਥੇ ਕਿਹੜਾ ਕਿਸੇ ਨੇ ਕੁਝ ਅੱਗੇ ਆਣ ਕੇ ਧਰਿਆ ਵੀ ਆਪਾਂ ਖਾ ਲਈਏ। ਤਾਂ ਗੁਰੂ ਨਾਨਕ ਜੀ ਆਖਿਆ, ਆਓ ਦੇਖ ਸ਼ਹਿਰ ਨਜ਼ਰ ਆਉਂਦਾ ਹੈ, ਜੋ ਤੇਰੀ ਖੁਸ਼ੀ ਆਵੇਗੀ ਸੋ ਖਾਈ। ਤੋ ਸ਼ਹਿਰ ਨਜ਼ਰ ਆਉਣ ਡਿਆ, ਹੁਣ ਉੱਥੇ ਜੋ ਤੇਰੀ ਮਨ ਕਰੇਗਾ, ਜੋ ਤੇਰੀ ਖੁਸ਼ੀ ਹੋਊਗੀ ਉਹ ਖਾ ਲਈ। ਤਾਂ ਮਰਦਾਨੇ ਆਖਿਆ, ਜੀ ਕਿਸੇ ਦਿਨ ਇਵੇਂ ਜਿੰਦ ਨਿਕਲ ਜਾਸੀ। ਆਹ ਪੰਕਤੀਆਂ ਬੜੀਆਂ ਪਿਆਰੀਆਂ ਜੀਆਂ ਸੰਗਤ ਜੀ। ਹੁਣ ਕਿੰਨੇ ਆਪਸ ਦੇ ਵਿੱਚ ਮਤਲਬ ਜਿਵੇਂ ਹੁੰਦਾ ਨਾ ਕਿ ਘਿਓ ਖਿਚੜੀ ਜਿਹਨੂੰ ਆਪਾਂ ਕਹਿ ਦਿੰਦੇ ਵੀ ਬਿਲਕੁਲ ਰਚੇ ਹੋਏ ਨੇ ਮਹਾਰਾਜ ਤੇ ਭਾਈ ਮਰਦਾਨਾ ਸਾਰੇ ਆਪਸ 'ਚ ਕਿਸ ਰੱਬੀ ਰੰਗ ਦੇ ਵਿੱਚ ਖੁੱਲ੍ਹੇ ਬਚਨ ਵਿਲਾਸ ਕਰਦੇ ਨੇ। ਤੇ ਮਰਦਾਨੇ ਆਖਿਆ, ਜੀ ਕਿਸੇ ਦਿਨ ਐਵੇਂ ਜਿੰਦ ਨਿਕਲ ਜਾਸੀ ਵੀ ਹੁਣ ਮੈਨੂੰ ਭੁੱਖੇ ਨੂੰ ਹੀ ਨਾਲ ਤੁਸੀਂ ਲਈ ਚੱਲਦੇ ਹੋ। ਮੈਨੂੰ ਤਾਂ ਲੱਗਦਾ ਕਿ ਉਹਦੇ ਐਵੇਂ ਭੁੱਖੇ ਜਿੰਦ ਨਿਕਲ ਜਾਣੀ ਹੈ। ਤਾਂ ਗੁਰੂ ਨਾਨਕ ਜੀ ਆਖਿਆ, ਮਰਦਾਨਾ ਜੇ ਜਿੰਦ ਨਿਕਲੇਗੀ ਤਾਂ ਅਸੀਂ ਫਿਰ ਪਾਈ ਲਏਂਗੇ। ਕੋਈ ਨਹੀਂ ਮਰਦਾਨਿਆ, ਜੇ ਜਿੰਦ ਨਿਕਲ ਵੀ ਜਾਊਗੀ ਨਾ ਤਾਂ ਆਪਾਂ ਫਿਰ ਜਿੰਦ ਪਾ ਲਾਂਗੇ। ਇਹ ਗੁਰੂ ਨਾਨਕ ਹੀ ਬਖਸ਼ਿਸ਼ਾਂ ਕਰ ਸਕਦਾ। ਇਹ ਮਹਾਰਾਜ ਜੀ ਮੇਰਾ ਕਰ ਸਕਦੇ ਨੇ। ਸਤਿਗੁਰੂ ਮੇਰਾ ਮਾਰਜ ਵਾਲੇ ਜਿਹੜੀਆਂ ਪੰਕਤੀਆਂ ਨੇ, ਇਹ ਐਵੇਂ ਨਹੀਂ ਕੁਛ, ਇਹ ਮੈਂ ਸਮਝਦਾ ਕਿ ਕੁਛ ਰੱਬੀ ਖੇਡਾਂ ਨੇ। ਸਤਿਗੁਰੂ ਸਾਰਾ ਕੁਝ ਕਰ ਸਕਦੇ। ਤੇ ਇੱਥੇ ਕਿੱਡੇ ਪਿਆਰ ਦਾ ਬਚਨ ਹੈ, ਮਰਦਾਨਾ ਜੇ ਜਿੰਦ ਨਿਕਲੇਗੀ ਤਾਂ ਅਸੀਂ ਫਿਰ ਪਾਈ ਲਏਂਗੇ, ਤੂੰ ਡਰ ਨਹੀਂ, ਡਰਨਾ। ਵਾਹ ਮੇਰੇ ਸਤਿਗੁਰੂ, ਵਾਹ। ਮਰਦਾਨੇ ਆਖਿਆ, ਜੀ ਸੱਚ ਆਖਦਾ ਹਾਂ, ਤੈਨੂੰ ਤਮਾ ਕਿਸੇ ਗੱਲ ਦਾ ਨਹੀਂ। ਮਰਦਾਨਾ ਕਹਿੰਦਾ ਕਿ ਮਹਾਰਾਜ ਮੈਂ ਸੱਚ ਕਹਿੰਦਾ, ਤੈਨੂੰ ਕਿਸੇ ਵੀ ਗੱਲ ਦੀ ਕੋਈ ਖਿੱਚ ਨਹੀਂ, ਕਿਸੇ ਗੱਲ ਦਾ ਤਮਾ ਨਹੀਂ। ਅਸੀਂ ਕਿਹਾ ਜਾਪੇ ਤੇਰੇ ਨਾਲ ਕਿਉਂ ਕਰ ਜੀਵਦੇ ਫਿਰਦੇ ਆ ਇਹ। ਅਸੀਂ ਹੁਣ ਤੇਰੇ ਨਾਲ ਤੁਰੇ ਫਿਰਦੇ ਹਾਂ, ਪਰ ਤੂੰ ਆਪਣੇ ਹੀ ਰੰਗ 'ਚ ਹੈ। ਪਰ ਸਾਨੂੰ ਕਰਤਾਰ ਜੀ ਵਾਮਦਿਆ ਹੈ, ਉਹਨੇ ਹੀ ਸਾਨੂੰ ਜਿੰਦਾ ਰੱਖਿਆ। ਵੈਸੇ ਕੋਈ ਜਿਨ੍ਹਾਂ ਹਾਲਾਤਾਂ 'ਚ ਅਸੀਂ ਚੱਲਦੇ ਪਏ ਹਾਂ, ਜਿਨ੍ਹਾਂ ਹਾਲਾਤਾਂ 'ਚ ਅਸੀਂ ਜੀ ਰਹੇ ਹਾਂ, ਉਹਨਾਂ ਹਾਲਾਤਾਂ 'ਚ ਵੈਸੇ ਜੀ ਨਹੀਂ ਸਕਦੇ ਇੰਨੇ ਦਿਨ।
बिना लंगर प्रशादे दे चलना। यार राह चो कुछ थोड़ा बहुता कुछ जे कोई मिलता होगा, कोई जंगल च कोई थोड़ा बहुता फल फूल वो लै लेंदे होणगे। ये हुण गुरु जाने ते गुरु दे प्यारे भाई मरदाना जी, भाई बाला जी जानन। सो ये खेड बड़ी अनोखी चलती पई है। कहते ने भी ये तो हुण सानू करतार ने जिंदा रखिया, वैसे साडे हालात तो इदां दे ही ने। तो गुरु बाबा नानक जी आख्या चल अगे देख करतार क्या करता है। महाराज भाई मरदाने जी नूं कहंदे ने भी चल चल हाँ अगे वेख इन्हें करतार की करता है। कुछ ना कुछ खेड तो रचाएगा ही ना। वो मालिक नूं फिक्र है तेरी, कुछ ना कुछ जरूर तेरा प्रबंध करेगा। सो गुरु नानक साहब जी का ते भाई मरदाना जी का बचन बलास जिहड़ा चलदा पिया, अगे भी इहदे नाल जुड़े रवांगे। छोटा जिहा इत्थे विश्राम लैके बहुत जल्दी हाजिर हो रहे हैं। सो संगत जी, भाई मरदाने नूं धर्म सिंह मिलिया। ये साखी दा सरलेख है जिस दे नाल आपां जुड़े हुए हैं। किस ढंग दे नाल धर्म सिंह मिलता है, ये सारे आगे विस्तार आपां जानन दी कोशिश करांगे। आपां जाणिया कि महाराज राजे कंवल नैन दे खेतर दे विच आ गए ने ते काफ़ी लंबा अरसा बीत गया। 7 महीने 13 दिन समुंदर के टापू ते चलते आवे। सो इसे ढंग दे नाल होर भी अगों समा गुजरिया है। भाई मरदाना जी ते गुरु नानक साहब जी दे विच जो गलबात चलती पई है, गुरु बाबा नानक जी आख्या चल अगे देख करतार क्या करता है। तो मरदाने आख्या भला जी। सो भाई मरदाना जी कहे कई बारी थोड़े जे उदां दे लफज वरत लेंदे सी कि जिवें वो काफ़ी परेशान होण, पर फिर जदों महाराज कहंदे सी ना भी चल अगे देख करतार क्या करता है, तो फिर भाई मरदाना जी अगों यही अल्फाज के भला जी। तो आस्ते आस्ते चौं कोहां ते मरदाने नूं बिल लाइंदे लै गए। हौली हौली भाई मरदाने नूं उवें ही अपनी गल्लां करता आ रहा ते महाराज उन्हों 4 को अंदाजन कोई 14-15 किलोमीटर का आप अंदाज़ा ला सकते हैं। इन्ना पिंड आओ फिर तय करके शहर दे बाहर जाए बैठे। सो शहर आ गया तो उत्थे जाके बैठ गए ने। तो गुरु नानक आख्या मरदानिया शहर आया है जाए किछ खाए आए। शहर आ गया भाई मरदानिया जा कुछ छकिया कुछ खाया। ਆਪਾਂ देखिया पहला हर वारी भाई मरदाना जी ये आग्या लेंदे सन, इत्थे महाराज खुद कह रहे ने भी जा शहर आ गया जा कुछ छकिया। तो मरदाने आख्या जी पल्ले तो कुछ नहीं, मैं कित्थों खावां, कोई पैसा धेला तो पल्ले है नहीं, मैं कित्थों खावांगा। तो गुरु नानक जी बचन कीता मरदानिया असा तैनूं सारा शहर सौंपिया है, भावें कित्थे खाए इत्थे तैनूं अटका काई नहीं। महाराज खुश होए ने ते भाई मरदाना जी नूं कह रहे ने कि जा सारा शहर ही तैनूं सौंपिया, जा जिथों जो मर्जी छक लै। इत्थे तैनूं अटका काई नहीं, कोई नहीं रोकेगा इत्थे।
मर्दाने आख्या जी जो कोई चोर कर पकड़ेगा, तो जे मैं एवें जिथों कोई मैनू लोड़ होएगी मैं चीज़ फड़ांगा तो मैनू कोई चोर कहेगा तो क्या करा। तो फिर गुरु नानक जी बचन किया, मर्दाना जे कोई तैनू चोर कर पकड़े तो साडा नाम लई, तैनू पकड़े छड़ देवेगा। सो इदां दी गलबात आपस च महाराज दी ते भाई मर्दाना जी दी हो रही है। भावें कित्थे हत्थ कत्ते तैनू कोई कुछ नहीं कहता है ना। तो मर्दाने जी विच जाता जो इत्थे इस दे पुरातमी यार हैं, जिथे कित्थे इन्हां दे कोई पुराने रब्बी सांझ वाले यार ने, हो सकता इत्थे भी कोई होए। मर्दाना जाए शहर विचों जाए वड़िया, जाए कर देखे तो सब स्वर्ण की धरती है। सो भाई मर्दाना जी महाराज के बचनों के करके उन्हें सोचा अगे भी पिछे कई इन्हां दे कोई रब्बी सांझ वाले मिलते रहे आ, इत्थे भी कोई होएगा जिहड़ा कह रहे ने जा जिथों जो मर्जी शक ला। तो फिर वो जाए वड़े ने शहर च, तो जाके की वेखते हैं कि ये तो सारी जिवें सोने की धरती होंदी है, जिथे किथे स्वर्ण नज़र आउंदा, हर पासे सोना ही नज़र आउंदा। तो मर्दाना कुदरत देख कर हैरान होए रहा। ये सारा कुछ देख के उत्थों का वातावरण भाई मर्दाना जी हैरान हो गए। तो मर्दाने की भुख दूर हो गई। वो जिहड़ी भुख लगी हुई सी ना, वो भी हुण उन्हां नूं इवें कि जिवें दूर ही हो गई, उन्हां नूं चेता ही नहीं उस चीज़ का। तो मर्दाने ने एक साधवी नूं पुछया, जी इस शहर का नाम क्या है। तो उस पुछया, अरे भाई तू कहाँ से आया है। क्योंकि जिथे नवा बंदा इवें कोई जाता तो फिर अगला बंदा पुछदा भी तुसीं कित्थों आए हो। तो मर्दाने ने कहा, जी हम दूर से आए हैं, पर जी तू इस नगरी का नाम दस। उस कहा, तुम अपना नाम बताओ। भाई मर्दाना जी उन्होंने कहते शहर का नाम दस, तो वो अगों कहते हैं कि पहला तुसीं अपना नाम दसो। तो मर्दाने ने कहा, मेरा नाम मर्दाना है, तू मैनू इस नगर का नाम दस। तो उसने कहा, अरे मर्दाना इस शहर का नाम स्वर्णपुर है। स्वर्णपुर क्योंकि सोने की नगरी उन्होंने कहा जा रहा। तो उस कहा, अरे भाई यहाँ का राजा कौन है। तो उस आदमी ने कहा, भाई मर्दाना इस नगर के राजे का नाम कंवल नैन है। सुरसिद्ध का बेटा है, जिसके सलामी सभी राजे हैं। सो भाई मर्दाना जी वो दसते हैं कि इत्थों के राजे का नाम कंवल नैन है, क्योंकि कंवल नैन नाम पहला भी आ चुका है। पिछले साखी दे विच उन्होंने दसिया सी कि जिहड़ा सब तो प्रतापी राजा है उसका नाम कंवल नैन है। सो उस दे राज दे विच हुण इत्थे पहुँच गए हुए ने, जो कि सुरसिद्ध का बेटा है, तो सारे उन्होंने इज्जत देंदे ने, सलाम करते हैं। मर्दाने ने कहा, अरे भाई यहाँ का चलन क्या है, इत्थों की की रीत है, किवें इत्थों का हिसाब किताब की चलता है। यहाँ तो सोने की धरती है, इत्थे तो सोने की धरती है, हर पासे सोना ही सोना नज़र आ रहा है। और तेरा नाम क्या है। भाई मर्दाना जी उन्होंने पूछते भी तेरा नाम की है। उस क्या, मेरा नाम धर्म सिंह है। धर्म सिंह कहते कि नगर का चलन यह है कि जो यहाँ आवे, जो उसनों चाहिए सो कोई ले खावे, यहाँ धर्म की चाली है।
ਸੋ ਬੜੀ ਵਿਚਿੱਤਰ ਇੱਥੋਂ ਦੀ ਰੀਤ ਹੈ ਕਿ ਜਿਹੜਾ ਵੀ ਕੋਈ ਇੱਥੇ ਆਵੇ ਜੋ ਉਹਨੂੰ ਚਾਹੀਦਾ ਉਹ ਲੈ ਕੇ ਛਕ ਲੇ, ਉਹਨੂੰ ਕੋਈ ਕਿਸੇ ਨੇ ਪੁੱਛਣਾ, ਬਸ ਇੱਥੇ ਇਹੀ ਧਰਮ ਦੀ ਚਾਲ ਹੈ। ਮਰਦਾਨਾ ਬਹੁਤ ਖੁਸ਼ ਹੋਇਆ ਤਾਂ ਆਖੇ ਉਸ ਧਰਮ ਸਿੰਘ, ਮੈਨੂੰ ਭੁੱਖ ਲੱਗੀ ਹੈ। ਧਰਮ ਸਿੰਘ, ਮੈਨੂੰ ਤਾਂ ਭੁੱਖ ਲੱਗੀ ਹੈ। ਤੇ ਧਰਮ ਸਿੰਘ ਕਿਹਾ, ਭਾਈ ਮਰਦਾਨਾ, यहाँ ਤਾਂ ਕਿਸੇ को मनाही नहीं, जिस दुकान के ऊपर जावे जे किछ चाहिए तिस पर से उठाई लवो। ਤੇ ਉਹ ਧਰਮ ਸਿੰਘ ਕਹਿੰਦੇ ਨੇ ਵੀ ਇੱਥੇ ਕਿਸੇ ਦੀ ਕੋਈ ਮਨਾਹੀ ਨਹੀਂ ਹੈ, ਜਿਹੜੀ ਮਰਜ਼ੀ ਦੁਕਾਨ ਤੇ ਜਾਓ, ਉੱਥੇ ਜਿਹੜੀ ਚੀਜ਼ ਚਾਹੀਦੀ ਹੈ ਚੁੱਕ ਲਵੋ, ਕਿਸੇ ਨੇ ਕੋਈ ਮਨਾ ਨਹੀਂ ਕਰਨਾ। ਤਾਂ ਮਰਦਾਨੇ ਕਿਹਾ, ਮੇਰੇ ਪਾਸੋਂ ਇਹ ਤਾਂ ਹੋਤਾ ਨਹੀਂ ਵੀ ਮੈਂ ਇੱਦਾਂ ਕਿਸੇ ਦੀ ਦੁਕਾਨ ਤੋਂ ਜਾ ਕੇ ਸਮਾਨ ਨਹੀਂ ਚੁੱਕ ਸਕਦਾ, ਮੇਰੇ ਕੋਲ ਨਹੀਂ ਹੋਏਗਾ। ਕੋਈ ਆਪਣੇ ਹੱਥ ਦਿਓ ਤਾਂ ਹੋ ਲਿਆਉਂ, ਜੇ ਕੋਈ ਆਪਣੇ ਹੱਥੀਂ ਕੁਝ ਦੇ ਤਾਂ ਮੈਂ ਲੈ ਲਵਾਂਗਾ, ਪਰ ਇੱਦਾਂ ਮੈਂ ਕਿਸੇ ਦੀ ਦੁਕਾਨ 'ਤੇ ਜਾ ਕੇ ਇੱਦਾਂ ਸਮਾਨ ਚੁੱਕਾਂ, ਇਹ ਮੇਰੇ ਕੋਲ ਨਹੀਂ ਹੋਣਾ। ਤਾਂ ਉਸ ਪੁੱਛਿਆ, ਤੇਰੇ ਨਾਲ ਕੋਈ ਔਰ ਵੀ ਹੈ? ਧਰਮ ਸਿੰਘ ਪੁੱਛਦੇ ਨੇ ਭਾਈ ਮਰਦਾਨੇ ਨੂੰ ਕਿ ਤੁਹਾਡੇ ਨਾਲ ਕੋਈ ਹੋਰ ਵੀ ਹੈਗਾ? ਤਾਂ ਮਰਦਾਨੇ ਕਿਹਾ, ਜੀ 2 ਔਰ ਵੀ ਹਨ, 2 ਹੋਰ ਨੇ। ਤਾਂ ਧਰਮ ਸਿੰਘ ਕਹਿਆ, ਭਾਈ ਉनको ਵੀ ਲੈ ਆਓ, ਕਿ ਉਹਨਾਂ ਨੂੰ ਵੀ ਲੈ ਆਓ, ਹੁਣ ਜੇ ਤੁਸੀਂ ਆਪ ਆਏ ਹੋ ਤਾਂ ਉਹਨਾਂ ਨੂੰ ਵੀ ਲੈ ਆਓ। ਤਾਂ ਮਰਦਾਨੇ ਕਹਿਆ, ਜੀ ਉਹ ਇੰਜ ਨਹੀਂ ਆਪਦੇ, ਉਹ ਵੱਡੇ ਸੰਤੋਖੀ ਹਨ, ਉਹ ਇੰਜ ਨਹੀਂ ਆਉਂਦੇ। ਭਾਈ ਮਰਦਾਨਾ ਜੀ ਧਰਮ ਸਿੰਘ ਨੂੰ ਕਹਿ ਰਹੇ ਨੇ ਕਿ ਉਹਨਾਂ ਨੇ ਇੰਜ ਨਹੀਂ ਆਉਣਾ, ਉਹ ਵੱਡੇ ਸੰਤੋਖੀ ਨੇ। ਉਸ ਕਿਹਾ, ਚੱਲ ਭਾਈ ਤੂੰ ਖਾ। ਭਾਈ ਧਰਮ ਸਿੰਘ ਕਹਿੰਦੇ ਨੇ ਵੀ ਚੱਲ ਭਾਈ ਤੂੰ ਤਾਂ ਛਕ। ਮਰਦਾਨੇ ਨੂੰ ਇੱਕ ਦੁਕਾਨ ਪਰ ਖੜਾ ਕੀਤੋਸ, ਕਹੋ ਭਾਈ ਮਰਦਾਨਾ ਕਿਆ ਲੇਤਾ ਹੈ। ਇੱਕ ਦੁਕਾਨ ਤੇ ਲਿਆ ਖੜਾ ਕੀਤਾ ਭਾਈ ਮਰਦਾਨੇ ਨੂੰ ਤੇ ਪੁੱਛਦੇ ਨੇ ਕਿ ਕੀ ਲੈਣਾ ਜੇ। ਤਾਂ ਮਰਦਾਨੇ ਕਿਹਾ, ਜੋ ਕੋਈ ਕੁਛ ਦੇਵੇ ਸੋ ਹਮ ਲੇਤੇ हैं, ਜੋ ਕੋਈ ਕੁਝ ਦੇਗਾ ਤੇ ਉਹ ਅਸੀਂ ਲੈ ਲੈਂਦੇ ਹਾਂ। ਧਰਮ ਸਿੰਘ ਕਿਹਾ, ਭਾਈ ਤੂੰ ਆਪਣਾ ਆਹਰ ਲੈ, ਵੀ ਜੋ ਤੂੰ ਛਕਣਾ ਹੈ ਉਹ ਤੂੰ ਲੈ ਲੈ। ਤਾਂ ਮਰਦਾਨੇ ਕਿਹਾ, ਭਾਈ ਮੇਰਾ ਆਹਰ ਤਾਂ 2.5 ਸੇਰ ਹੈ। ਸੋ 2.5 ਸੇਰ ਦਾ ਆਪਾਂ ਅੰਦਾਜ਼ਾ ਲਗਾ ਲਈਏ ਕਰੀਬ 5 ਕਿਲੋ ਦੀ ਗੱਲ ਹੈ। ਸੇਰ ਜਿਹੜਾ ਇਹ 2 ਕਿਲੋ ਤੋਂ ਥੋੜ੍ਹਾ ਘੱਟ ਹੁੰਦਾ ਸੀ, ਅੱਜ ਕੱਲ੍ਹ ਤਾਂ ਕਿਲੋਆਂ ਦੇ ਵਿੱਚ ਹੀ ਜ਼ਿਆਦਾ ਹੁੰਦਾ ਹੈ। ਪੁਰਾਣੇ ਜਿਹੜੇ ਸਾਡੇ ਮਾਪਣ ਦੇ ਪੈਮਾਨੇ ਸੀ, ਭਾਰ ਜੋਖਣ ਦੇ, ਉਹਦੇ ਵਿੱਚ ਸੇਰ ਆਉਂਦਾ ਜ਼ਿਆਦਾ। ਸੋ ਮੇਰਾ ਆਹਰ ਤਾਂ 2.5 ਸੇਰ ਹੈ, ਸੋ ਕਰੀਬ 5 ਕਿਲੋ। ਸੋ ਆਪਾਂ ਅੰਦਾਜ਼ਾ ਲਾ ਸਕਦੇ ਕਿ ਉਹ ਉਸ ਵੇਲੇ ਚੰਗੇ ਵਧੀਆ ਹਾਜ਼ਮੇ ਸਨ, ਨਾਲੇ ਇੰਨੇ ਦਿਨਾਂ ਦੇ ਤੁਰਦੇ ਆ ਰਹੇ। ਸੋ ਧਰਮ ਸਿੰਘ ਕਿਹਾ, ਭਾਈ 2.5 ਸੇਰ ਮਠਿਆਈ ਤੋਲ ਦੇ। ਸੋ ਉਸ ਦੁਕਾਨ ਵਾਲੇ ਨੂੰ ਧਰਮ ਸਿੰਘ ਨੇ ਕਿਹਾ ਕਿ 2.5 ਸੇਰ ਮਠਿਆਈ ਤੋਲ ਦੇ। ਜੋ ਉਸ ਵੱਟੇ ਪਾਏ ਤਾਂ ਮਰਦਾਨੇ ਡਿਠਾ, ਜੋ सोने के ਵੱਟੇ, सोने की ਡੰਡੀ ਹੈ, सोने के ਛਾਬੇ ਹਨ, ਅਤੇ ਮੁੱਲ ਕੋਈ ਕਿਛ ਲੈਂਦਾ ਨਹੀਂ। ਸੋ ਇਹ ਬੜਾ ਹੀ ਵਿਚਿੱਤਰ ਨਗਰ ਹੈ, ਜਿੱਥੇ ਕਿਸੇ ਚੀਜ਼ ਦਾ ਕੋਈ ਮੁੱਲ ਹੀ ਨਹੀਂ ਲੈਂਦਾ। ਇਹਨੂੰ ਕਹਿ ਰਹੇ ਨੇ ਕਿ ਇੱਥੇ ਧਰਮ ਦੀ ਚਾਲ ਹੈ। ਤੇ ਹੁਣ ਉਹ ਤੱਕੜੀ ਵੀ ਸਾਰੀ ਸੋਨੇ ਦੀ ਹੈ ਤੇ ਵੱਟੇ ਵੀ ਸੋਨੇ ਦੇ, ਤੇ ਪੈਸੇ ਕੋਈ ਲੈਂਦਾ ਹੀ ਨਹੀਂ। ਤਾਂ ਮਰਦਾਨੇ ਆਪਣਾ ਆਹਰ ਲੈ ਖਾਧਾ, ਖਾਏ ਕਰ ਆਖੀ ਉਸ ਧਰਮ ਸਿੰਘ ਜੀ, ਮੇਰੀ ਤੁਮ ਨਿਸ਼ਾ ਕਰੋ।
ਆਪਣਾ ਜੋ ਛਕਣਾ ਸੀ ਛਕ ਲਿਆ, ਜਿਹੜਾ ਉਹਨਾਂ ਨੇ ਦਿੱਤਾ ਸੀ ਮਠਿਆਈਆਂ। ਇੱਥੇ ਲੁੱਚੀਆਂ ਲਫ਼ਜ਼ ਵੀ ਆਇਆ, ਇਹ ਵੀ ਕੋਈ ਮਠਿਆਈ ਦੀ ਉਸ ਵੇਲੇ ਦੀ ਜਿਹੜੀ ਕੋਈ ਮਠਿਆਈ ਹੈ ਉਹ ਤੋਲ ਕੇ ਉਹਨਾਂ ਦਿੱਤੀ। ਤੇ ਫਿਰ ਹੁਣ ਉਹ ਛਕ ਕੇ ਤੇ ਫਿਰ ਧਰਮ ਸਿੰਘ ਨੂੰ ਕਹਿੰਦੇ ਨੇ ਕਿ ਮੇਰੀ ਹੁਣ ਤਸੱਲੀ ਕਰਵਾਓ, ਨਿਸ਼ਾ ਕਰਵਾਓ। ਨਿਸ਼ਾ ਕੀ ਕਰਵਾਓ ਕਿ ਸੋਨੇ ਕੀ ਧਰਤੀ ਸਭ ਸੋਨਾ ਹੈ ਅਤੇ ਮੁੱਲ ਕੋਈ ਲੈਂਦਾ ਨਹੀਂ। ਇਉਂ ਕੰਮ ਕਿਉਂ ਕਰ ਚੱਲਦਾ ਹੈ ਵੀ ਇੱਥੇ ਪੈਸਾ ਕੋਈ ਲੈਂਦਾ ਨਹੀਂ, ਤੇ ਫਿਰ ਇੱਥੋਂ ਦਾ ਕੰਮ ਸਿਸਟਮ ਇਹ ਕਿੱਦਾਂ ਚੱਲਦਾ ਹੈ। ਤਾਂ ਧਰਮ ਸਿੰਘ ਕਿਹਾ, ਮਰਦਾਨਾ ਇੱਥੇ ਯਤਨ ਇੱਕੋ ਹੀ ਹੈ, ਪੀਹਣ ਪਕਾਵਣ ਅਤੇ ਅੰਨ ਕੁਦਰਤ ਦੇ ਨਾਲ ਜੰਮਦਾ ਹੈ। ਇੱਥੇ ਇੱਕੋ ਹੀ ਕੰਮ ਹੈ ਕਿ ਪੀ ਲਓ ਤੇ ਪਕਾ ਲਓ। ਜਿੱਦਾਂ ਆਟਾ ਪੀਣਾ ਤੇ ਉਹਨੂੰ ਪਕਾ ਲੈਣਾ, ਹੈ ਨਾ। ਅਨਾਜ ਨੂੰ ਪੀ ਕੇ ਤੇ ਪਕਾ ਲਓ। ਤੇ ਅੰਨ ਜਿਹੜਾ ਕੁਦਰਤ ਦੇ ਨਾਲ ਹੀ ਜੰਮਦਾ ਹੈ, ਕੁਦਰਤੀ ਖੇਤੀ ਹੈ ਉੱਥੇ। ਰਾਜੇ ਦਾ ਹੁਕਮ ਇਹੀ ਹੈ, ਜੋ ਚਾਹੀਏ ਸੋ ਬਾਹਰੋਂ ਲੈ ਆਵੋ, ਤਿਆਰ ਕਰਕੇ ਰੱਖੋ। ਜੋ ਭਾਵੇ ਸੋ ਆਪ ਵੀ ਖਾਵੋ, ਜੋ ਆਵੇ ਸੋ ਆਪਣਾ ਆਹਰ ਲੈ ਜਾਵੇ। ਸੋ ਇੱਕ ਵੱਖਰੀ ਹੀ ਨਗਰੀ ਹੈ, ਵੱਖਰਾ ਹੀ ਉੱਥੋਂ ਦਾ ਨਿਜ਼ਾਮ ਹੈ ਕਿ ਤੁਸੀਂ ਆਪਣਾ ਜਿਹੜੀ ਚੀਜ਼ ਚਾਹੀਦੀ ਹੈ ਕੋਈ ਬਾਹਰੋਂ ਲੈ ਆਓ, ਪਕਾ ਕੇ ਖਾਓ ਤੇ ਤਿਆਰ ਕਰਕੇ ਰੱਖੋ। ਜੇ ਕੋਈ ਹੋਰ ਵੀ ਬਾਹਰੋਂ ਆਏ ਤੇ ਉਹ ਵੀ ਆਪਣਾ ਆਹਰ ਲੈ ਜਾਵੇ। ਅਰ ਹੋਰ ਜਿੱਤੇ ਕਾਰਖਾਨੇ ਹੈਨ ਅਰ ਕਾਰੀਗਰ ਹੈਨ, ਕੋਈ ਕੰਮ ਕਰਾਈ ਲੈ ਜਾਵੇ ਉਹ ਆਪ ਹੀ ਕਰ ਦੇਤੇ ਹੈਨ, ਨਾ ਕੋਈ ਮੁੱਲ ਨਾ ਮਜ਼ਦੂਰੀ। ਸੋ ਬੜਾ ਹੀ ਵਿਚਿੱਤਰ ਦੇਸ਼ ਹੈ। ਵੇਖੋ ਕੈਸਾ ਰਾਜਾ ਹੈ ਉੱਥੋਂ ਦਾ ਤੇ ਕੈਸਾ ਉਹਦਾ ਨਿਜ਼ਾਮ ਹੈ। ਤੇ ਨਾ ਹੀ ਕੋਈ ਮਜ਼ਦੂਰੀ ਮੰਗਦਾ, ਜਿਹੜੇ ਕਾਰੀਗਰ ਉਹ ਕੰਮ ਕਰ ਦਿੰਦੇ ਨੇ। ਤੇ ਸਾਰਾ ਕੁਝ ਖੁੱਲ੍ਹਾ ਹੈ, ਛਕੋ ਛਕਾਓ, ਮੌਜਾਂ ਕਰੋ। ਨਾ ਕੋਈ ਮੁੱਲ ਨਾ ਮਜ਼ਦੂਰੀ, ਕਿਛ ਨਹੀਂ ਮੰਗਦੇ, ਰਾਜੇ ਦਾ ਹੁਕਮ ਹੈ। ਸੋ ਇੱਥੇ ਨਾ ਕੋਈ ਮੁੱਲ ਮੰਗਦਾ, ਨਾ ਕੋਈ ਮਜ਼ਦੂਰੀ ਮੰਗਦਾ। ਇਹ ਰਾਜੇ ਦਾ ਹੁਕਮ ਹੈ। ਧਰਮ ਨਗਰ ਹੈ, ਇਹ ਧਰਮ ਦੀ ਨਗਰੀ ਹੈ। ਇੱਥੇ ਐਸਾ ਧਰਮ ਹੈ, ਐਸਾ ਨਿਯਮ ਹੈ। ਭਾਈ ਮਰਦਾਨਾ ਇਉਂ ਕੰਮ ਚੱਲਦਾ ਹੈ ਇੱਥੇ। ਤਾਂ ਇੱਦਾਂ ਹੀ ਭਾਈ ਮਰਦਾਨਾ ਕੰਮ ਚੱਲਦਾ ਹੈ। ਤਾਂ ਮਰਦਾਨਾ ਇਹ ਗੱਲ ਸੁਣ ਕੇ ਬਹੁਤ ਖੁਸ਼ੀ ਹੋਇਆ। ਤਾਂ ਮਰਦਾਨੇ ਜੀ ਵਿੱਚ ਆਖਿਆ, ਸ਼ਹਿਰ ਵਿੱਚ ਰਹੀਏ। ਸੋ ਮਨ 'ਚ ਬੜੀ ਖੁਸ਼ੀ ਹੋਈ ਕਿ ਇਹ ਕਿੱਦਾਂ ਦਾ ਸ਼ਹਿਰ, ਇੱਥੇ ਕੋਈ ਰੋਕ ਟੋਕ ਹੀ ਕੋਈ ਨਹੀਂ। ਜੋ ਚਾਹੀਦਾ ਛਕੋ ਛਕਾਓ ਤੇ ਕੰਮ ਕਰੋ। ਨਾ ਕੋਈ ਕੰਮ ਦੀ ਮਜ਼ਦੂਰੀ ਮੰਗਣ ਦੀ ਲੋੜ ਆ, ਨਾ ਕੋਈ ਮੁੱਲ ਦੇਣ ਦੀ ਲੋੜ ਆ। ਤੇ ਧਰਮ ਦਾ ਨਗਰ ਇਹਨੂੰ ਕਿਹਾ ਜਾ ਰਿਹਾ। ਬੜੇ ਖੁਸ਼ ਹੋਏ ਨੇ। ਮਰਦਾਨੇ ਜੀ ਵਿੱਚ ਆਖਿਆ ਸ਼ਹਿਰ ਵਿੱਚ ਰਹੀਏ। ਉਹਨਾਂ ਦੇ ਮਨ 'ਚ ਆਇਆ ਕਿ ਇਹ ਸ਼ਹਿਰ 'ਚ ਰਹਿਣਾ ਚਾਹੀਦਾ, ਜਿਹੜਾ ਏਡਾ ਵਧੀਆ। ਫਿਰ ਮਰਦਾਨਾ ਆਪਣਾ ਸੰਤੋਖ ਕਰਕੇ ਗੁਰੂ ਨਾਨਕ ਜੀ ਪਾਸ ਆਇਆ। ਸੋ ਹੁਣ ਆਪਣੇ ਮਨ ਨੂੰ ਠਹਿਰਾ ਕੇ ਸੰਤੋਖ ਦੇ ਵਿੱਚ ਆ ਕਰਕੇ ਮਹਾਰਾਜ ਦੇ ਕੋਲ ਆ ਜਾਂਦੇ ਨੇ। ਤਾਂ ਗੁਰੂ ਨਾਨਕ ਆਖਿਆ, ਮਰਦਾਨਾ ਦੇ ਸ਼ਹਿਰ ਦੀਆਂ ਗੱਲਾਂ, ਕੋਈ ਸ਼ਹਿਰ ਦੀਆਂ ਗੱਲ ਦੱਸ, ਕਿੱਦਾਂ ਦਾ ਸ਼ਹਿਰ ਹੈ। ਤਾਂ ਮਰਦਾਨੇ ਆਖਿਆ, ਲਿਖੋ ਗੁਰੂ ਜੀ ਸ਼ਹਿਰ ਦੀਆਂ ਗੱਲਾਂ। ਗੁਰੂ ਜੀ ਸ਼ਹਿਰ ਵਿੱਚ ਧਰਤੀ ਸੋਨੇ ਕੀ ਸਮੱਗਰੀ ਹੈ, ਸੋ ਸਭ ਸੋਨੇ ਕੀ ਹੈ ਅਤੇ ਭਲੇ ਭੋਜਨ ਤਿਆਰ ਕੀਤੇ ਹਨ। ਨਾ ਕੋਈ ਲੇਤਾ ਨਾ ਕੋਈ ਮਜ਼ਦੂਰੀ ਮੰਗਤਾ ਹੈ। ਕੋਈ ਕੁਛ ਲੈ ਸੋ ਮੰਗਤਾ ਕੋਈ ਕੁਛ ਨਹੀਂ। ਸੋ ਉਹ ਸਾਰੀ ਗੱਲ ਜਿਹੜੀ ਉੱਥੇ ਦੇਖ ਕੇ ਆਏ ਨੇ ਭਾਈ ਮਰਦਾਨਾ ਜੀ, ਆਣ ਕੇ ਗੁਰੂ ਨਾਨਕ ਸਾਹਿਬ ਨੂੰ ਦੱਸਦੇ ਨੇ ਵੀ ਇਹ ਤਾਂ ਸਾਰਾ ਹੀ ਬੜਾ ਵਧੀਆ ਇੱਥੇ
ਕੋਈ ਰੋਕ ਟੋਕ ਹੀ ਨਹੀਂ। ਤੁਸੀਂ ਕਹਿੰਦੇ ਸੀ ਨਾ ਵੀ ਜਿੱਥੋਂ ਮਰਜ਼ੀ ਛਕ ਲਈ, ਤੇ ਇੱਥੇ ਤਾਂ ਵਾਕਿਆ ਹੀ ਉਹੀ ਗੱਲ ਹੈ। ਇੱਥੇ ਨਾ ਕੋਈ ਲੈਂਦਾ ਤੇ ਨਾ ਕੋਈ ਮਜ਼ਦੂਰੀ ਦਿੰਦਾ, ਨਾ ਕੋਈ ਮੰਗਦਾ। ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਉਹ ਮੰਗ ਲੈਂਦਾ, ਉਹ ਕੋਈ ਹੋਰ ਕੋਈ ਪੈਸਾ ਧੇਲਾ ਕੋਈ ਮੰਗਦਾ ਹੀ ਨਹੀਂ। ਕੁਦਰਤ ਨਾਲ ਦਾੜਾਂ ਪੈਦਾ ਹੁੰਦਾ ਤੇ ਯਤਨ ਕੋਈ ਨਹੀਂ। ਹੋਰ ਕੋਈ ਇੱਥੇ ਕੋਈ ਬਹੁਤਾ ਯਤਨ ਨਹੀਂ ਗਾ। ਨਾ ਕੋਈ ਇੱਥੇ ਖੂਹ ਹੈ। ਜਲ ਮੀਂਹ ਕਾਸ ਸਰਾਂ ਤੇ ਟੋਬਿਆਂ ਵਿੱਚ ਬਹੁਤ ਹੈ। ਕੋਈ ਖੂਹ ਵੀ ਨਹੀਂ ਗਾ, ਜਲ ਵੈਸੇ ਹੀ ਬੜਾ ਮੀਂਹ ਦਾ ਇੱਥੇ। ਅਜਿਹੀਆਂ ਇਸ ਸ਼ਹਿਰ ਦੀਆਂ ਗੱਲਾਂ ਹਨ। ਸੋ ਭਾਈ ਮਰਦਾਨਾ ਜੀ ਮਹਾਰਾਜ ਨੂੰ ਦੱਸਦੇ ਨੇ ਵੀ ਇੱਦਾਂ ਦੀਆਂ ਗੱਲਾਂ ਨੇ ਮਹਾਰਾਜ ਇੱਥੇ ਤਾਂ ਮਰਦਾਨੇ ਗੁਰੂ ਨਾਨਕ ਜੀ ਨੂੰ ਆਖਿਆ, ਜੀ ਮੈਨੂੰ ਇੱਕ ਸਾਧ ਜਿਹਾ ਮਿਲ ਗਿਆ। ਮੈਂ ਉਸ ਨੂੰ ਗੱਲਾਂ ਪੁੱਛੀਆਂ, ਉਸਨੇ ਮੈਨੂੰ ਸਭ ਦੱਸੀਆਂ ਤੇ ਉਸਨੇ ਮੈਨੂੰ 2.5 ਸੇਰ ਮਠਿਆਈ ਖਵਾਈ। ਇੱਕ ਦੁਕਾਨਦਾਰ ਨੂੰ ਆਖੀ ਉਸ ਕਿ ਇਸ ਨੂੰ 2.5 ਸੇਰ ਮਠਿਆਈ ਤੋਲ ਦੇ। ਜਾਂ ਉਹ ਤੋਲਣ ਲੱਗਾ ਤਾਂ ਮੈਂ ਦੇਖਿਆ ਕਿ ਤੱਕੜੀ ਦੀ ਡੰਡੀ ਛਾਬਾ ਸਭ ਸੋਨੇ ਦਾ, ਰਵੱਟੇ ਵੀ ਸੋਨੇ ਕੇ ਹੀ ਹੈ। ਸਰ ਜੀ ਮੈਂ ਮਠਿਆਈ ਝੋਲੀ ਪਾਈ ਤਾਂ ਉਸ ਇੱਕ ਹੋਰ ਗੱਲ ਵੀ ਆਖੀ ਕਿ ਜੋ ਤੇਰੇ ਨਾਲ ਹੈ ਤਾਂ ਬੁਲਾਏ ਲੈ ਆਏ। ਜਦੋਂ ਮਠਿਆਈ ਉਹਨਾਂ ਮੈਨੂੰ ਦਿੱਤੀ ਤੇ ਨਾਲ ਇਹ ਵੀ ਕਿਹਾ ਵੀ ਜਿਹੜੇ ਹੋਰ ਤੇਰੇ ਨਾਲ ਨੇ ਉਹਨਾਂ ਨੂੰ ਵੀ ਲੈ ਆਓ। ਤਾਂ ਮੈਂ ਆਖਿਆ ਜੀ ਉਹ ਬੜੇ ਸੰਤੋਖੀ ਹੈਗੇ। ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਵੀ ਉਹ ਬੜੇ ਸੰਤੋਖੀ ਨੇ ਜੀ। ਤਾਂ ਮਰਦਾਨੇ ਕਿਹਾ, ਗੁਰੂ ਜੀ ਇਹ ਰਾਜਾ ਸੁਦਰਸੈਨ ਨਾਲੋਂ ਵੀ ਵੱਡਾ ਰਾਜ ਹੈ। ਪਿੱਛੇ ਰਾਜੇ ਸੁਦਰਸੈਨ ਨੂੰ ਆਪ ਜੀ ਨੇ ਵਰ ਦਿੱਤਾ ਹੈ, ਇਹ ਰਾਜ ਤਾਂ ਉਸ ਤੋਂ ਵੀ ਵੱਡਾ ਹੈ। ਤਾਂ ਗੁਰੂ ਨਾਨਕ ਨੇ ਕਿਹਾ, ਮਰਦਾਨੇ ਸੁਦਰਸੈਨ ਨੂੰ ਕਰਤਾਰ ਅਤੇ ਅਸਾਂ ਵੱਡਾ ਕਰਾਇਆ ਹੈ, ਨਹੀਂ ਤਾਂ ਉਹ ਇਸ ਦੀ ਸਲਾਮੀ ਆਹ ਵੀ ਸੁਦਰਸੈਨ ਨੂੰ ਤੇ ਕਰਤਾਰ ਨੇ ਤੇ ਅਸਾਂ ਵੱਡਾ ਕੀਤਾ, ਨਹੀਂ ਤੇ ਉਹ ਸੁਦਰਸੈਨ ਇਹਦਾ ਅਦਬ ਕਰਦਾ, ਨਹੀਂ ਤਾਂ ਉਹ ਇਸ ਦਾ ਅਦਬ ਕਰਦਾ। ਤਾਂ ਮਰਦਾਨੇ ਕਿਹਾ, ਗੁਰੂ ਜੀ ਹਉ ਆਖ ਨਹੀਂ ਸਕਦਾ, ਪਰ ਤੁਸੀਂ ਪਾਉਣ ਆਹਾਰੀ ਹੋ। ਪਰ ਹੁਣ ਤਾਂ ਸ਼ਹਿਰ ਵਿੱਚ ਆਏ ਹਾਂ, ਹੁਣ ਤਾਂ ਕੁਛ ਆਹਰ ਖਾਓ। ਕਹਿੰਦੇ ਕਿ ਮਹਾਰਾਜ ਮੈਂ ਤੁਹਾਨੂੰ ਕੋਈ ਬਹੁਤਾ ਕਹਿ ਤਾਂ ਨਹੀਂ ਸਕਦਾ, ਤੁਸੀਂ ਤਾਂ ਪਾਉਣਹਾਰੀ ਹੋ। ਤੁਸੀਂ ਬਸ ਸਵਾਸਾਂ ਦੇ ਨਾਲ ਹੀ ਆਪਣਾ ਆਹਾਰ ਜਿਹੜਾ ਉਹ ਛਕ ਲੈਂਦੇ ਹੋ, ਹਵਾ ਦੇ ਨਾਲ ਹੀ। ਠੀਕ ਹੈ, ਜਦੋਂ ਜੰਗਲ ਬੀਆਬਾਨਾਂ 'ਚ ਜਾਂ ਹੋਰ ਰਸਤਿਆਂ 'ਤੇ ਸੀ ਉਦੋਂ ਗੱਲ ਹੋਰ ਹੈ, ਤੇ ਹੁਣ ਤਾਂ ਸ਼ਹਿਰ ਵਿੱਚ ਆਏ ਹਾਂ, ਹੁਣ ਤਾਂ ਤੁਸੀਂ ਕੁਛ ਛਕੋ। ਜੇ ਤੁਸੀਂ ਕੁਛ ਛਕੋ ਤਾਂ ਮੈਂ ਲੈ ਆਵਾਂ। ਤੁਸੀਂ ਤਾਂ ਸ਼ਹਿਰ ਵਿੱਚ ਜਾਂਦੇ ਨਹੀਂ, ਤੁਸੀਂ ਤਾਂ ਜਾਂਦੇ ਨਹੀਂ ਸ਼ਹਿਰ ਵਿੱਚ, ਮੈਂ ਹੀ ਲੈ ਆਉਣਾ ਜੇ ਤੁਸੀਂ ਕੁਛ ਛਕਣਾ ਹੈ ਤੇ। ਤਾਂ ਗੁਰੂ ਨਾਨਕ ਨੇ ਕਿਹਾ, ਮਰਦਾਨਾ ਦੇਖ ਕਰਤਾਰ ਦੇ ਰੰਗ ਤਮਾਸ਼ੇ, ਚੁੱਪ ਕਰ ਜਾ। ਮਹਾਰਾਜ ਫਿਰ ਆਪਣੇ ਉਸ ਇਲਾਹੀ ਰੰਗ ਦੇ ਵਿੱਚ ਮਰਦਾਨੇ ਨੂੰ ਕਹਿੰਦੇ ਨੇ ਵੀ ਵੇਖ ਕਰਤਾਰ ਕੀ ਕਰਦਾ, ਤੂੰ ਚੁੱਪ ਕਰ ਜਾ। ਮਰਦਾਨਾ ਚੁੱਪ ਕਰਕੇ ਬਹਿ ਗਿਆ। 7 ਦਿਨ ਗੁਜ਼ਰ ਗਏ। ਵੇਖੋ ਕਰਤਾਰ ਦੇ ਰੰਗ। 7 ਦਿਨ ਹੋਰ ਗੁਜ਼ਰ ਗਏ ਨੇ। ਮਰਦਾਨਾ ਜਾਏ ਖਾਏ ਆਵੇ। ਮਰਦਾਨਾ ਰੋਜ਼ ਜਾਂਦਾ, ਸ਼ੱਕ ਆਉਂਦਾ ਹੈ। ਜਾਂ 8ਵਾਂ ਦਿਨ ਹੋਇਆ ਤਾਂ ਮਰਦਾਨਾ ਸ਼ਹਿਰ ਗਿਆ। ਤਾਂ ਮਰਦਾਨੇ ਨੂੰ ਉਸ ਕਿਹਾ, ਅਰੇ ਭਾਈ ਤੂੰ कहता है जो मेरे साथ अतीत होर हैं ਉਹ ਤਾਂ ਹਮੇ ਦੇਖੇ ਨਹੀਂ। ਸੋ ਧਰਮ ਸਿੰਘ ਉਹਨਾਂ ਨੂੰ ਪੁੱਛਦਾ ਕਿ 8ਵੇਂ ਦਿਨ ਫਿਰ ਪੁੱਛਦਾ ਕਿ ਉਹ ਤੁਸੀਂ ਕਹਿੰਦੇ ਵੀ ਤੁਹਾਡੇ ਨਾਲ ਕੋਈ 2 ਹੋਰ ਸਾਧੂ ਨੇ, ਉਹ ਤਾਂ ਆਪਾਂ ਦੇਖੇ ਨਹੀਂ। वो कहाँ है? आखे ਤਾਂ
कि वो जिहड़े दो साधु ने वो कित्थे ने। मर्दाने आख्या जी वो दोनों अतीत उद्यान में बैठे हैं, वो बाहर जंगल च बैठे ने जी, उजाड़ दे विच ने, और बहुत संतोखी हैं, वो किसी के द्वार पर जाते नहीं। ओहो, वो इन्ने संतोखी ने किसी के द्वारे नहीं जाते। और एडा वड्डा दाता है, दद्दा दाता एक है सबको दे बनहार, देंदे तोट ना आवे गणत भरे भंडार। ऐसा दाता है, इनके वो बहुत संतोखी ने, वो किसी के द्वारे पर जाते नहीं। धर्म सिंह कहा जो कोई उनको लै जावे तो खावन के ना खावन। कहते ठीक है भी वो बड़े संतोखी ने, पर जेकर कोई उन्होंने कोल कुछ लैके जावे तो छक लैणगे, खा लैणगे जां ना खाणगे। तो मर्दाने आख्या जी जे उन्हां दी खुशी आवे तां खावन, नहीं तो ना खावन। सो उन्हां दी खुशी आ, मतलब कोई उन्होंने मजबूर नहीं कर सकता, कोई कुछ कह नहीं सकता। जे खुशी आई तो छक लैणगे, जे नहीं तो नहीं सी। तो उस फिर कहा जी ये क्या। धर्म सिंह कहते हैं भाई ये की फिर। तो मर्दाने कहा कि इवें पवन हारी हैं, जे कहीं पवित्र भोजन देखते हैं तां अचवते हैं, नहीं तो नहीं अचवते। सो कहते ने कि वो तो बस समझो कि पाउण हारी ने, तो जे किते पवित्र भोजन उन्होंने कोई मिल जाए तो फिर छक लेंदे ने, नहीं तो नहीं छकते। सो इस ढंग दे नाल विचार जिहड़ी चलती पई है, वो किसाखी अजे होर लंबेरी है, काफ़ी अगे होर रोचक तत्थ काफ़ी सारे आ रहे ने। सो गुरु नानक साहब दी इत्थे इस ढंग दे नाल उन्हां नूं जानकारी दे रहे ने भाई मर्दाना जी भी वो हर किसी का नहीं छकते, कोई पवित्र भोजन मिल जाए तो फिर छकते ने। अपने मौज दे मालिक ने, खुशी आवे तां खावन, नहीं आवे तां नहीं खांदे। सो इस ढंग दे नाल ये जिहड़ी वारता चलदी पई है भाई धर्म सिंह दी ते भाई मर्दाना जी दी, इनू आपां अज इत्थे ही विश्राम दिंदे आ। अगों गुरु साहब की किरपा दे नाल अगों साखी दे नाल तुरांगे। सो इत्थे आप संगतां दे नाल ये भी जानकारी साझी करते जाइए कि महाराज दे 551वें प्रकाश पुरब के मौके ते गुरुद्वारा संत घाट सुल्तानपुर लोधी विखे श्री अखंड पाठ साहब होणगे। सो उस मौके अतुट लंगर भी चलणगे, अरदास भी होएगी समूह संगतां दी। सो जिन्हां संगतां ने कोई सेवा करनी है जां कोई अरदास अपनी उस मौके करवाउणी है, वो आप जी जो स्क्रीन ते नंबर ने उन्हां दे उत्ते आप जी संपर्क करके दस सकदे हो। क्यों जो 551वां गुरु नानक साहब जी का जो प्रकाश पुरब आ रहा है, जो कि 3 नवंबर नूं होएगा, उस नूं समर्पित अखंड पाठ साहब जिहड़े ने रखवाए जा रहे हैं। सो आप जी इस दे विच सेवा करनी चाहो जां अपनी अरदास करवाउणी चाहो, सो आप जी वो नोट करवा सकते हो। सो गुरु साहब किरपा करन, महाराज दे गुरपुरब नूं समर्पित आपां जन्म साखी दे विचों कुछ ज्ञान, कुछ मेहर, कुछ रहमत सच्चे पातशाह जी दी हासिल करते रहिए। फतेह अर्ज करदे आग्या लवांगे जी। वाहिगुरू जी का खालसा, वाहिगुरू जी की फतेह।